ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਭੁਲੇਖਾ ਟੀਵੀ, ਤੁਹਾਡਾ ਮਨਪਸੰਦ ਟੀਵੀ ਭੁਲੇਖਾ ਟੀਵੀ। ਤੇ ਉਸ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਤੁਹਾਡੀ ਸੇਵਾ ਵਿੱਚ ਹਾਜ਼ਰ ਤੁਹਾਡਾ ਸੇਵਕ। ਅਸਲ ਗੱਲ ਇਹ ਹੈ ਕਿ ਜੋ ਗੱਲ ਮੈਂ ਕਰਨਾ ਚਾਹ ਰਿਹਾ ਸੀ ਉਹ ਗੱਲ ਭੁੱਲ ਗਈ ਹੈ। ਇਹ ਹੁਣ ਪਤਾ ਨਹੀਂ ਮੇਰੀ ਕਿਸਮਤ ਚੰਗੀ ਹੈ ਜਾਂ ਤੁਹਾਡੀ ਕਿਸਮਤ ਚੰਗੀ ਹੈ। ਬਸ ਇੰਨਾ ਦੱਸੋ, ਤੁਸੀਂ ਕਦੇ ਰਾਮਸਰ ਦਾ ਨਾਂ ਸੁਣਿਆ ਹੈ? ਈਰਾਨ ਦਾ ਇੱਕ ਸ਼ਹਿਰ ਹੈ ਰਾਮਸਰ। 1975 ਵਿੱਚ ਉੱਥੇ ਇੱਕ ਆਲਮੀ ਮੁਆਹਿਦਾ ਹੋਇਆ। ਉਸ ਮੁਆਹਿਦੇ ਦੀ ਰੂਹ ਦੇ ਨਾਲ ਜਿੰਨੀਆਂ ਵੀ ਸਾਡੀਆਂ ਪਾਣੀ ਜ਼ਖੀਰਾ ਕਰਨ ਵਾਲੀਆਂ ਥਾਵਾਂ ਨੇ, ਝੀਲਾਂ ਨੇ, ਚਸ਼ਮੇ ਨੇ, ਆਬੀ ਸਟੋਰੇਜ ਦੀਆਂ ਥਾਵਾਂ ਨੇ, ਉਹਨਾਂ ਥਾਵਾਂ ਨੂੰ ਰਾਮਸਰ ਸਾਈਟਸ ਕਰਾਰ ਦਿੱਤਾ ਜਾਂਦਾ ਹੈ, ਜਿਹੜੀਆਂ ਕਿ ਇਸ ਕਾਬਲ ਹੋਣ ਜਿਨ੍ਹਾਂ ਨੂੰ ਸੰਭਾਲਿਆ ਜਾ ਸਕੇ, ਜਿੱਥੇ ਪੰਛੀ ਆ ਸਕਣ, ਜਿੱਥੇ ਜਨੌਰ ਆ ਸਕਣ, ਆਬੀ ਹਯਾਤ ਜ਼ਿੰਦਾ ਹੋਵੇ, ਜੰਗਲੀ ਹਯਾਤ ਜ਼ਿੰਦਾ ਹੋਵੇ, ਫਜ਼ਾਈ ਹਯਾਤ ਜ਼ਿੰਦਾ ਹੋਵੇ, ਇਨਸਾਨ ਜ਼ਿੰਦਾ ਹੋਵੇ। ਫਿਰ ਉਹ ਰਾਮਸਰ ਐਗਰੀਮੈਂਟ ਪੂਰੀ ਦੁਨੀਆ ਦੇ ਮੁਲਕਾਂ ਵਿੱਚ ਰਾਈਜ ਹੋਇਆ। ਉਸ ਰਾਮਸਰ ਐਕਟ ਦੇ ਤਹਿਤ ਪਾਕਿਸਤਾਨ ਦੀਆਂ 19 ਆਬੀ ਸਟੋਰੇਜ ਕਰਨ ਵਾਲੀਆਂ ਝੀਲਾਂ ਉਸ ਰਾਮਸਰ ਮੁਆਹਿਦੇ ਦੇ ਤਹਿਤ ਰਾਮਸਰ ਸਾਈਟਸ ਕੋ ਆਉਂਦੀਆਂ ਨੇ। ਇਹਨਾਂ ਸਾਈਟਸ ਦਾ ਮਤਲਬ ਇਹ ਹੈ ਕਿ ਉਹਨਾਂ ਝੀਲਾਂ ਦੇ ਵਿੱਚ ਕੋਈ ਕੈਮੀਕਲ ਵਾਲਾ ਪਾਣੀ ਨਹੀਂ ਸੁੱਟ ਸਕਦਾ। ਉਹਨਾਂ ਝੀਲਾਂ ਦੇ ਵਿੱਚ ਤੁਸੀਂ ਗੰਦ ਬਲਾ ਕਚਰਾ ਨਹੀਂ ਸੁੱਟ ਸਕਦੇ। ਉਹਨਾਂ ਨੂੰ ਸਾਫ਼ ਸ਼ਫਾਫ ਰੱਖਣਾ ਹੈ ਤਾਂ ਕਿ ਉਹਨਾਂ ਦੀ ਸਿਹਤ ਸਲਾਮਤ ਰਹੇ ਤੇ ਉਹ ਫਿਤਰਤ ਦਾ ਉਹ ਤੋਹਫਾ ਸਾਡੇ ਲਈ ਸਬੂਤਾ ਬਣ ਜਾਏ ਜੋ ਸਾਨੂੰ ਪਾਣੀ ਦਿੰਦਾ ਹੈ। ਇਸ ਲਈ ਜੇ ਪਾਣੀ ਨਹੀਂ ਤੇ ਅਸੀਂ ਵੀ ਨਹੀਂ। ਹਜ਼ਾਰਾਂ ਲੱਖਾਂ ਲੋਕ ਉਹਨਾਂ ਆਬੀ ਜ਼ਖੀਰਿਆਂ ਦੇ ਨਾਲ ਵਾਬਸਤਾ ਹੁੰਦਾ ਨੇ। ਕੋਈ ਮੱਛੀ ਫੜਦਾ, ਕੋਈ ਡੱਡੂ ਫੜਦਾ, ਕੋਈ ਕੁਛ ਫੜਦਾ, ਕੋਈ ਆਪਣੇ ਆਪ ਨੂੰ ਫੜਦਾ। ਤੇ ਰਾਮਸਰ ਮੁਆਹਿਦੇ ਦੇ ਤਹਿਤ ਉਹਨਾਂ ਲੋਕਾਂ ਦਾ ਤਹੱਫਜ਼, ਉਹਨਾਂ ਦਾ ਮਾਸ਼ੀ ਤਹੱਫਜ਼ ਵੀ ਜ਼ਰੂਰੀ ਹੈ। ਤੇ ਕਦੀ ਜੇ ਕੋਈ ਵੀ ਆਬੀ ਜ਼ਖੀਰੇ ਵਾਲੀ ਥਾਂ ਅਸੀਂ ਆਪਣੇ ਦੇਸ਼ ਵਿੱਚ ਵੇਖੀਏ ਤੇ ਇੰਜ ਦਿਲ ਕਰਦਾ ਹੈ ਕਿ ਬੰਦੇ ਦੇ ਹੱਥ ਵਿੱਚ ਇੱਟ ਹੋਵੇ, ਜਾਂ ਆਪਣੇ ਸਿਰ 'ਚ ਮਾਰੋ ਜਾਂ ਉਹਨਾਂ ਦੇ ਸਿਰ ਵਿੱਚ ਮਾਰੋ ਜਿਹੜੇ ਇਸ ਝੀਲ ਨੂੰ ਗੰਦਾ ਕਰ ਰਹੇ ਨੇ। ਕਿਤੇ ਪਲਾਸਟਿਕ ਦੀ ਬੋਤਲ ਰੁੜੀ ਜਾ ਰਹੀ ਹੈ, ਕਿਤੇ ਸ਼ਾਪਰ ਰੁੜਿਆ ਜਾ ਰਿਹਾ, ਜਿੱਥੇ ਰੈਪਰ ਰੁੜਿਆ ਜਾ ਰਿਹਾ, ਕਿਤੇ ਹੋਰ ਗੰਦ ਬਲਾ ਜਿਹੜਾ ਵੀ ਬਚਦਾ ਹੈ, ਜਿਹੜੇ ਵੀ ਉੱਥੇ ਬਾਰਬੀਕਿਊ ਕਰਨ ਆਉਂਦੇ ਨੇ, ਪਿਕਨਿਕ ਮਨਾਉਣ ਆਉਂਦੇ ਨੇ, ਮੌਜ ਮੇਲਾ ਕਰਨ ਆਉਂਦੇ ਨੇ, ਉਹ ਸਾਰਾ ਗੰਦ ਉਹਨਾਂ ਵਿੱਚ ਸੁੱਟ ਕੇ ਚਲੇ ਜਾਂਦੇ ਨੇ। ਇਹ ਇੱਕ ਪਾਸੇ ਰਾਮਸਰ ਮੁਆਹਿਦੇ ਦੀ ਵੀ ਉਹ ਗੱਲ ਹੈ ਜਿਹਨੂੰ ਅਸੀਂ ਨਹੀਂ ਮੰਨ ਰਹੇ। ਅਸੀਂ ਰਾਮਸਰ ਸਾਈਟਸ ਉਹਨਾਂ ਦਾ ਵੀ ਧਿਆਨ ਨਹੀਂ ਰੱਖ ਰਹੇ। ਅਸੀਂ ਤੇ ਜਿੱਥੇ ਕੋਈ ਸ਼ੈ ਨਾ ਹੋਵੇ, ਜਿੱਥੇ ਕੁਝ ਵੀ ਨਾ ਹੋਵੇ, ਜੋ ਗੰਦ ਸਾਡੇ ਹੱਥੇ ਹੋਵੇ ਅਸੀਂ ਚੁੱਕ ਕੇ ਉਹ ਮਾਰੀ ਦਾ ਗੰਦ ਹੀ ਗੰਦ ਪਾਤਾ ਹੈ। ਯਾਰ ਇੰਨੇ ਗੰਦੇ ਹੋ ਗਏ ਆ ਕਿ ਸਾਡੇ ਅੰਦਰ ਵੀ ਗੰਦ ਪੈ ਗਿਆ। ਹੁਣ ਵੇਖ ਲਓ, ਈਦ ਦਾ ਮੌਕਾ ਹੈ, ਸਪੈਸ਼ਲ ਈਦ ਦਾ ਮੌਕਾ ਹੈ, ਵੱਡੀ ਈਦ ਦਾ ਮੌਕਾ ਹੈ। ਤੇ ਕਿਸੇ ਵੀ ਝੀਲ ਵਾਲੇ ਪਾਸੇ ਈਦ ਤੋਂ ਬਾਅਦ ਜਾਓਗੇ, ਤੁਹਾਨੂੰ ਉਹ ਝੀਲਾਂ ਗੰਦ ਨਾਲ ਭਰੀਆਂ ਹੋਈਆਂ ਲੱਗਣ ਗਈਆਂ। ਕਿ ਈਦ ਇੰਜੋਏ ਕਰਨ ਵਾਲੇ ਜਿਹੜੇ ਉੱਥੇ ਪਹੁੰਚਣਗੇ ਉਹ ਆਪਣਾ ਸਾਰਾ ਗੰਦ ਕਿਸੇ ਛਾਪਰ 'ਚ ਪਾ ਕੇ ਘਰ ਨਹੀਂ ਲਿਆਉਣਗੇ ਜਾਂ ਡਸਟਬਿਨ ਵਿੱਚ ਸੁੱਟਣ ਲਈ ਨਹੀਂ ਲਿਆਉਣਗੇ। ਉਹ ਕਹਿੰਦੇ ਇੱਥੋਂ ਹੀ ਜਾਨ ਛੁਡਾਓ, ਦਫਾ ਕਰੋ ਤੇ ਘਰ ਨੂੰ ਜਾਓ। ਵੇਖੋ ਯਾਰ, ਇਨਸਾਨ ਕਿੰਨਾ ਸਮਝਦਾਰ ਹੋ ਗਿਆ। ਉਹ ਕਹਿੰਦਾ ਸਾਡਾ ਕੂੜਾ ਅਸੀਂ ਕਿਉਂ ਚੁੱਕੀਏ, ਸੁੱਟੋ ਲੋਕਾਂ ਲਈ, ਆਪੇ ਬਿਮਾਰ ਹੁੰਦੇ ਫਿਰਨਗੇ, ਮਰਦੇ ਫਿਰਨਗੇ। ਹੁਣ ਇੱਕ ਪਾਸੇ ਰਹੀ ਰਾਮਸਰ ਐਗਰੀਮੈਂਟ ਦੀ ਕਹਾਣੀ, ਹੁਣ ਦੂਜੇ ਪਾਸੇ ਸ਼ੁਰੂ ਹੋ ਜਾਂਦੀ ਹੈ ਵੱਡੀ ਈਦ ਦੀ ਕਹਾਣੀ। ਮਿੱਠੀ ਈਦ ਨਹੀਂ, ਕਹਿ ਧੜਾ ਧੜ ਸੇਵੀਆਂ ਖਾਦੀਆਂ ਜਿਹੜੀਆਂ, ਤੇ ਕਹਿੰਦੇ ਨੇ ਨਾ ਸਿਆਣੇ ਕਿ ਸੇਵੀਆਂ ਖਾਣਾ ਵੀ ਤਮੀਜ਼ ਨਾਲ ਖਾਣਾ ਬਹੁਤ ਵੱਡਾ ਆਰਟ ਹੈ। ਇੰਝ ਹੀ ਕੁਰਬਾਨੀ ਦਾ ਗੋਸ਼ਤ ਖਾਣਾ ਵੀ ਬਹੁਤ ਵੱਡਾ ਆਰਟ ਹੈ।
ਤੇ ਕੁਰਬਾਨੀ ਦੇ ਗੋਸ਼ਤ ਦੀਆਂ ਅਲਾਇਸ਼ਾਂ, ਉਹਦੀਆਂ ਗੰਦਗੀਆਂ, ਉਹ ਵੀ ਸੰਭਾਲਣਾ ਬਹੁਤ ਵੱਡਾ ਆਰਟ ਹੈ। ਸਾਡੇ ਕੋਲ ਇੰਨਾ ਟਾਈਮ ਕੋਈ ਨਹੀਂ ਕਿ ਕੋਈ ਪੀਲਾ ਜਿਹਾ ਟਰੱਕ ਆਏਗਾ, ਉਹ ਸਾਰਾ ਗੰਦ ਬਲਾ ਜਿਹੜਾ ਕੁਰਬਾਨੀ ਦਾ ਹੈ, ਆਲਾਇਸ਼ਾਂ ਨੇ, ਆਂਦੜਾ ਨੇ, ਹੋਰ ਸਾਰਾ ਕੁਛ ਹੈ, ਉਹ ਅਸੀਂ ਸੰਭਾਲ ਕੇ ਉਹ ਟਰਾਲੀ 'ਚ ਪਾ ਦਈਏ, ਉਸ ਪੀਲੀ ਗੱਡੀ 'ਚ ਪਾ ਦਈਏ, ਤਾਂ ਕਿ ਨਾ ਗਲੀ ਮੁਹੱਲੇ 'ਚ ਗੰਦ ਫੈਲੇ, ਨਾ ਬਿਮਾਰੀ ਫੈਲੇ, ਨਾ ਬੋ ਫੈਲੇ। ਇਸ ਲਈ ਕਿ ਸਾਡੇ ਕੋਲ ਤਾਂ ਟਾਈਮ ਕੋਈ ਨਹੀਂ। ਹਾਂ, ਯਾਦ ਆਇਆ ਜਿਹੜੀ ਅਸਲ ਗੱਲ ਮੈਂ ਤੁਹਾਡੇ ਨਾਲ ਕਰਨ ਲੱਗਾ ਸੀ, ਉਹ ਗੱਲ ਬੜੀ ਡੂੰਘੀ ਹੈ, ਕਮਾਲ ਦੀ ਡੂੰਘੀ ਹੈ। ਮੈਨੂੰ ਵੀ ਨਹੀਂ ਪਤਾ ਕਿ ਉਹ ਕਿੰਨੀ ਡੂੰਘੀ ਹੈ। ਚੱਕਰ ਇਹ ਹੈ ਕਿ ਤੁਸੀਂ ਲੋਕ ਬੜੇ ਸਿਆਣੇ ਹੋ, ਹੋਵੇ ਬੰਦਾ ਪੰਜਾਬੀ ਤੇ ਸਿਆਣਾ ਨਾ ਹੋਵੇ ਹੀ ਯਾਰ, ਇਹ ਕੋਈ ਗੱਲ ਹੈ? ਮੰਨਿਆ ਹੀ ਨਹੀਂ ਜਾ ਸਕਦਾ ਕਿ ਪੰਜਾਬ ਦਾ ਜਵਾਨ ਹੋਵੇ, ਪੰਜਾਬ ਦੀ ਔਰਤ ਹੋਵੇ ਤੇ ਉਹ ਅਕਲੋਂ ਪੈਦਲ ਹੋਵੇ। ਲੋਕੀ ਕਹਿੰਦੇ ਨੇ ਅਕਲੋਂ ਪੈਦਲ ਨੇ, ਪਰ ਮੈਂ ਇਹਨਾਂ ਨੂੰ ਸਿਆਣਾ ਮੰਨਦਾ, ਇਸ ਲਈ ਕਿ ਦੁਨੀਆ ਜਾਣਦੇ ਹਰ ਮਰਜ਼ ਦੀ ਦਵਾ ਇਹਨਾਂ ਕੋਲ ਹੈ। ਤੁਸੀਂ ਆਖੋਗੇ ਕੈਂਸਰ ਹੋਣੇਗਾ, ਸ਼ਹਿਜ਼ਾਦਿਆ ਫਲਾਣੀ ਬੂਟੀ ਰਗੜ ਕੇ ਪੀ, ਸਭ ਠੀਕ ਹੋ ਜਾਏਗਾ। ਹੋਣੇਗਾ ਮੈਨੂੰ ਵੱਡੀ ਖੰਘ, ਹੋਣੇਗਾ ਫਲਾਣੀ ਸ਼ੈ ਲਿਆ ਤੇ ਤੇਰੀ ਵੱਡੀ ਖੰਘ ਹੋ ਗਈ। ਤੇ ਮੈਨੂੰ ਵੀ ਯਾਰ ਕੋਈ ਫਿਜ਼ੀਕਲ ਜਾਂ ਪ੍ਰੋਬਲਮ ਹੈ, ਬਹੁਤ ਵੱਡਾ ਪ੍ਰੋਬਲਮ ਹੈ। ਮੈਂ ਸੋਚ ਸੋਚ ਕੇ ਪਾਗਲ ਹੋ ਰਿਹਾ ਕਿ ਪ੍ਰੋਬਲਮ ਕੀ ਹੈ। ਪ੍ਰੋਬਲਮ ਇਹ ਹੈ ਕਿ ਇੱਕ ਸਵਾਲ ਮੇਰੇ ਜ਼ਿਹਨ ਚੜਿਆ, ਮੈਨੂੰ ਸਿਰਫ ਇੰਨਾ ਦੱਸੋ, ਇੱਕ ਬੰਦਾ ਘਰੋਂ ਨਿਕਲਦਾ, ਬਾਜ਼ਾਰ ਤੱਕ ਜਾਂਦਾ, ਬਾਜ਼ਾਰੋਂ ਸੌਦਾ ਲੈ ਕੇ ਘਰ ਆਉਂਦਾ, ਇਹ ਕਿੰਨੇ ਹੋ ਗਏ? 2 ਚੱਕਰ। ਜੇ ਉਹ ਬੰਦਾ ਘਰੋਂ ਬਾਜ਼ਾਰ ਦੇ 10 ਚੱਕਰ ਲਾਏ ਤੇ ਕਿੰਨੇ ਚੱਕਰ ਹੋ ਗਏ? 20 ਚੱਕਰ, ਯਾਨੀ ਘਨ ਚੱਕਰ। ਹੁਣ ਜਦੋਂ ਦੀ ਈਦ ਲੰਘੀ ਹੈ, ਮੈਂ ਬੜਾ ਪਰੇਸ਼ਾਨ, ਇਸ ਲਈ ਕਿ ਆਉਣ ਜਾਣ ਦੇ ਜਿਹੜੇ 10 ਚੱਕਰ ਮਲਟੀਪਲਾਈ ਹੋ ਗਏ ਜਾਂ ਪਤਾ ਨਹੀਂ ਜਮਾ ਹੋ ਗਏ 20 ਬਣ ਜਾਂਦੇ ਨੇ, ਕਿ ਇੱਕ ਵਾਰੀ ਮੈਂ ਜਾਣ ਲੱਗਿਆ ਬੇਹੋਸ਼ ਹੁੰਨਾ, ਇੱਕ ਵਾਰੀ ਮੈਂ ਆਉਣ ਲੱਗਿਆ ਬੇਹੋਸ਼ ਹੁੰਨਾ। ਯਾਰ ਮੇਰੀ ਕੁਝ ਹੈਲਪ ਕਰੋ, ਮੇਰੀ ਕੋਈ ਸਿਹਤ ਦਾ ਖਿਆਲ ਕਰੋ। ਤੁਸੀਂ ਕੋਈ ਐਸਾ ਨੁਸਖਾ ਦੱਸੋ ਕਿ ਮੈਨੂੰ ਰੋਜ਼ 20 ਵਾਰੀ ਬੇਹੋਸ਼ ਨਾ ਹੋਣਾ ਪਵੇ। ਜਾਂ ਨੁਸਖਾ ਦੱਸੋ ਜਾਂ ਫਿਰ ਆਪ ਬੇਹੋਸ਼ ਹੋ ਜਾਓ। ਅੱਜ ਜਾਂ ਅਸੀਂ ਕੋਈ ਨਹੀਂ ਜਾਂ ਤੁਸੀਂ ਕੋਈ ਨਹੀਂ, ਕੱਖ ਸਾਡਾ ਨਹੀਂ ਰਿਹਾ, ਤੀਲਾ ਤੁਹਾਡਾ ਨਹੀਂ ਰਹਿਣ ਦੇਣਾ। ਹੁਣ ਬੇਹੋਸ਼ ਹੋਣ ਦੀ ਵਜ੍ਹਾ ਦਾ ਮੈਨੂੰ ਪਤਾ ਨਹੀਂ, ਸਮਝ ਨਹੀਂ ਆਉਂਦੀ ਯਾਰ, ਮੈਂ ਐਵੇਂ ਫੜਕ ਕਰਕੇ ਬੇਹੋਸ਼ ਕਿਉਂ ਹੋ ਜਾਂਦਾ। ਹਾਲਾਂਕਿ ਘਰੋਂ ਚੰਗਾ ਭਲਾ ਸੀਟੀਆਂ ਮਾਰਦਾ ਘਰੋਂ ਨਿਕਲੀਦਾ, ਗਾਉਂਦੇ ਜਾਈਦਾ, ਮੁਸਕਰਾਉਂਦੇ ਜਾਈਦਾ, ਗੁਨਗੁਨਾਉਂਦੇ ਜਾਈਦਾ ਮਾਰਕੀਟ ਵੱਲ। ਰਾਹ ਵਿੱਚ ਬਸ ਐਵੇਂ ਚੱਕਰ ਜਿਹਾ ਆਉਂਦਾ, ਅੰਦਰੋਂ ਜਿਵੇਂ ਕੋਈ ਧੂੰਆਂ ਜਿਹਾ ਨਿਕਲਦਾ। ਉਸ ਤੋਂ ਬਾਅਦ ਫੜਕ ਕਰਕੇ ਥੱਲੇ ਤੇ ਯਾਰ ਹੋ ਰਹੀ ਬੇਹੋਸ਼। ਬੇਹੋਸ਼ ਹੋਣ ਤੋਂ ਪਹਿਲਾਂ ਸਿਰਫ ਇੱਕ ਗਿੱਧ ਨਜ਼ਰ ਆਉਂਦਾ ਹੈ, ਉਹ ਗਿੱਧ ਜਿਹੜਾ ਮੁਰਦਿਆਂ ਨੂੰ ਖਾਂਦਾ ਹੈ, ਉਹ ਗਿੱਧ ਉਹਨਾਂ ਗੱਡੀਆਂ ਤੇ ਬੈਠਾ ਹੁੰਦਾ ਹੈ, ਜਿਹੜੀਆਂ ਗੱਡੀਆਂ ਖਾਲੀ ਪਲਾਟਾਂ ਵਿੱਚ ਪਿਛਲੀ ਗਲੀ ਵਾਲੇ ਪਾਰਕ ਕਰ ਜਾਂਦੇ ਨੇ। ਫਿਰ ਜਦੋਂ ਅੱਖ ਖੁੱਲਦੀ ਹੈ ਤੇ ਮੇਰੀ ਜੇਬ ਕੱਟੀ ਹੁੰਦੀ ਹੈ। ਮੇਰਾ ਖਿਆਲ ਹੈ ਸਾਰੀ ਜੇਬ ਕੱਟਣ ਦੀ ਸ਼ਰਾਰਤ ਉਸੇ ਗਿੱਧ ਦੀ ਹੈ। ਵਾਪਸੀ ਤੇ ਜਦੋਂ ਸੌਦਾ ਲੈ ਕੇ ਆਈਦਾ, ਉਹ ਯਾਰ ਅਸੀਂ ਫਿਰ ਬੇਹੋਸ਼ ਹੋ ਜਾਈਦਾ। ਇੱਕ ਵਾਰੀ ਜਾਂਦਿਆਂ ਬੇਹੋਸ਼ੀ, ਪਤਾ ਨਹੀਂ ਕੋਈ ਜੁੱਤੀ ਸੁੰਘਾ ਕੇ ਹੋਸ਼ ਲਿਆਂਦਾ ਜਾਂ ਕੀ ਰੌਲਾ ਹੈ, ਹੋਸ਼ ਆਉਂਦੀ ਹੈ। ਇੱਕ ਵਾਰੀ ਵਾਪਸੀ ਤੇ ਬੇਹੋਸ਼ੀ, ਹੱਥ ਵੀ ਸੌਦਾ ਤੇ ਵਾਪਸੀ ਦੇ ਦਰਮਿਆਨ ਚ ਆ ਕੇ ਫੜਕ ਕਰਕੇ ਫਿਰ ਯਾਰ ਹੋ ਰਹੀ ਭੁੱਜੇ ਤੇ ਬੇਹੋਸ਼। ਬੇਹੋਸ਼ ਹੋਣ ਤੋਂ ਪਹਿਲਾਂ ਉਹ ਗਿੱਧ ਬੈਠਾ ਕਾਰਾਂ ਤੇ ਬੈਠਾ, ਜਿਹੜੀਆਂ ਕਾਰਾਂ ਖਾਲੀ ਪਲਾਟ ਵਿੱਚ ਪਿਛਲੀ ਗਲੀ ਵਾਲੇ ਖੜੇ ਕਰ ਜਾਂਦੇ ਨੇ, ਉੱਥੇ ਬੈਠਾ ਮੁਸਕਰਾ ਰਿਹਾ ਹੁੰਦਾ। ਜਦੋਂ ਹੋਸ਼ ਵਿੱਚ ਆਉਣਾ ਤੇ ਸੌਦੇ ਦਾ ਉਹ ਛਾਪਰ ਗਾਇਬ ਹੁੰਦਾ। ਮੈਨੂੰ ਲੱਗਦਾ ਇਹ ਸ਼ਰਾਰਤ ਉਸੇ ਗਿੱਧ ਦੀ ਹੈ। ਹੁਣ ਗੱਲ ਗਿੱਧ ਦੀ ਨਹੀਂ ਹੈ, ਗੱਲ ਹੈ ਬੇਹੋਸ਼ੀ ਦੀ। ਮੈਨੂੰ ਦੱਸੋ, ਇੱਕ ਬੰਦਾ ਜਿਹੜਾ ਦਿਹਾੜੀ ਵਿੱਚ 20 ਵਾਰੀ ਬੇਹੋਸ਼ ਹੋਵੇ, ਉਹਦੇ ਬੇਹੋਸ਼ ਹੋਣ ਦੇ ਪੀਰੀਅਡ ਵਿੱਚ ਤੇ ਉਹਦੇ ਫੌਤ ਹੋਣ ਦੇ ਵਿੱਚ ਕਿੰਨਾ ਟਾਈਮ ਹੈ? ਉਹ ਮਜ਼ੀਦ ਕਿੰਨੀ ਵਾਰੀ ਬੇਹੋਸ਼ ਹੋਏਗਾ ਕਿ ਉਹ ਫੌਤ ਹੋ ਜਾਏਗਾ? ਸਿਰਫ ਇੱਕ ਗੱਲ ਦੱਸੋ, ਤੁਹਾਨੂੰ ਹਰ ਗੱਲ ਦਾ ਪਤਾ ਹੈ, ਮੈਨੂੰ ਪਤਾ ਹੈ। ਹੁਣ ਜਿੱਥੋਂ ਤੱਕ ਮੇਰਾ ਖਿਆਲ ਹੈ ਕਿ ਜਦੋਂ ਮੈਂ ਗਲੀ ਚੋਂ ਟੱਪਣਾ ਵਾ, ਘਰੋਂ ਨਿਕਲ ਕੇ ਬਾਜ਼ਾਰ ਜਾਣ ਲਈ, ਇੱਧਰ ਸੋਹਣੇ ਸੋਹਣੇ ਘਰ, ਇੱਧਰ ਸੋਹਣੇ ਸੋਹਣੇ ਘਰ, ਕਿਤੇ ਗੱਡੀ ਖੜੀ ਹੈ, ਕਿਤੇ ਮੋਟਰਸਾਈਕਲ ਖੜਾ ਹੈ। ਵੇਖੋ ਯਾਰ, ਅੱਜ ਦੇ ਦੌਰ ਚ ਨਹੀਂ ਯਾਸ਼ੀ ਕਿ ਪੈਟਰੋਲ ਗੱਡੀ ਲਈ ਵੀ ਅਫੋਰਡ ਹੋ ਰਿਹਾ, ਬਾਈਕ ਲਈ ਵੀ ਅਫੋਰਡ ਹੋ ਰਿਹਾ,
ਤੇ ਜਦੋਂ ਮੈਂ ਉਹਨਾਂ ਮਕਾਨਾਂ ਚੋਂ ਲੰਘ ਕੇ ਹੋਰ ਮਕਾਨਾਂ ਵੱਲ ਜਾਣਾ ਵਾ, ਮਾਰਕੀਟ ਵੱਲ ਜਾਣਾ, ਤੇ ਰਾਹ 'ਚ ਦੋ ਤਿੰਨ ਖਾਲੀ ਪਲਾਟ ਆਉਂਦੇ ਨੇ। ਪਲਾਟ ਕੋਲੋਂ ਟੱਪੋ, ਇੱਧਰ ਧੌਣ ਫੇਰੋ, ਇੱਧਰ ਧੌਣ ਫੇਰੋ, ਇੱਕੋ ਹੀ ਨਜ਼ਾਰਾ ਹੈ। ਇੱਧਰ ਵੀ ਕੁਰਬਾਨੀ ਦੇ ਜਾਨਵਰ ਦੀਆਂ ਆਲਾਇਸ਼ਾਂ ਪਈਆਂ ਨੇ, ਇੱਧਰ ਵੀ ਕੁਰਬਾਨੀ ਦੇ ਜਾਨਵਰ ਦੀਆਂ ਅੰਤੜੀਆਂ ਪਈਆਂ ਨੇ, ਗੰਦ ਬਿਲ ਪਿਲਾਇਓ। ਇੰਨੀਆਂ ਖੁਸ਼ਬੂਦਾਰ ਬਦਬੂਆਂ ਨੇ ਕਿ ਇੱਧਰੋਂ ਨੱਕ 'ਚ ਵੱਧੀ, ਉਧਰੋਂ ਬੰਦਾ ਧੜਮ ਕਰਕੇ ਥੱਲੇ ਤੇ ਬੇਹੋਸ਼ ਹੋ ਜਾਂਦਾ ਹੈ। ਫਿਰ ਚੱਕਰ ਕੀ ਹੈ, ਉਸ ਗੰਦ ਪਿਲ ਦੀ, ਉਹਨਾਂ ਆਲਾਇਸ਼ਾਂ ਦੀ ਜ਼ਿਆਫਤ ਹੁੰਦੀ ਹੈ। ਉਹ ਗਲੀ ਮੁਹੱਲੇ ਦੇ ਅਵਾਰਾ ਮਨਸ਼ ਕੁੱਤੇ ਉੱਥੋਂ ਆਂਦੜਾ ਖਿੱਚ ਕੇ ਲਿਆਉਂਦੇ ਨੇ, ਸੜਕ ਕੋਲ ਬਹਿ ਕੇ ਯਾਸ਼ੀ ਕਰਦੇ ਨੇ, ਮੁਜ਼ਾਕਰਾਤ ਕਰਦੇ ਨੇ, ਤੇ ਇੱਕ ਦੂਜੇ ਕੋਲ ਪੁੱਛਦੇ ਨੇ ਕਿ ਯਾਰ ਅਸੀਂ ਤੇ ਐਵੇਂ ਬਦਨਾਮ ਆ, ਇਹ ਸਾਰੇ ਇਨਸਾਨ ਸਾਡੇ ਵਰਗੀਆਂ ਹਰਕਤਾਂ ਕਰਦੇ ਨੇ, ਬਦਨਾਮ ਸਾਨੂੰ ਕਰਦੇ ਨੇ, ਕਰਤੂਤ ਉਹਨਾਂ ਦੇ ਨੇ। ਇਹਦਾ ਕੋਈ ਹੱਲ ਕੱਢੋ, ਇਸ ਸੈਸ਼ਨ ਵਿੱਚ ਕੱਢੋ ਜਾਂ ਅਗਲੇ ਵਿੱਚ ਕੱਢੋ, ਜਾਂ ਫਿਰ ਸਾਨੂੰ ਆਪ ਖੁੱਲ ਖੁਲਾ ਕੇ ਬੰਦਿਆਂ ਦੀ ਸਿਆਸਤ ਕਰਨੀ ਪਏਗੀ, ਜਿਹੜੀ ਕਿ ਉਹ ਹੁਣ ਸਾਡੇ ਤਰ੍ਹਾਂ ਸਿਆਸਤ ਕਰ ਰਹੇ ਨੇ। ਉਦੋਂ ਜਿਹੜਾ ਗੰਦ ਪਿਲ ਉੱਥੇ ਸੜਕ ਕਿਨਾਰੇ ਰਹਿ ਜਾਂਦਾ ਹੈ, ਇੱਧਰ ਛੂੰ ਕਰਕੇ ਗੱਡੀ ਜਾਂਦੀ ਹੈ, ਥੋੜ੍ਹਾ ਜਿਹਾ ਗੰਦ ਉਹਦੇ ਟਾਇਰ ਨਾਲ, ਥੋੜ੍ਹਾ ਜਿਹਾ ਗੰਦ ਉਹਦੇ ਟਾਇਰ ਨਾਲ, ਇੱਧਰੋਂ ਛੂੰ ਕਰਕੇ ਬਾਈਕ ਟੱਪਦੀ ਹੈ, ਉਹ ਅਲਾਇਸ਼ਾਂ ਦਾ ਗੰਦ ਬਾਈਕ ਦੇ ਪਹੀਆਂ ਨਾਲ। ਇੱਧਰੋਂ ਨਿਆਣੇ, ਮਾਸੂਮ ਜਿਹੇ ਨਿਆਣੇ, ਪਿਆਰੇ ਜਿਹੇ ਨਿਆਣੇ, ਗੁਲਗੁਲੂ ਜਿਹੇ ਨਿਆਣੇ, ਮਿੱਠੇ ਮਿੱਠੇ ਜਿਹੇ ਨਿਆਣੇ, ਉਹ ਨਿਆਣੇ ਟਰਾਈਸਾਈਕਲ ਤੇ ਆਉਂਦੇ ਨੇ। ਉਹ ਗੰਦ ਪਿਲ, ਉਹ ਕੁਰਬਾਨੀ ਦੇ ਜਾਨਵਰ ਦੀ ਆਲਾਇਸ਼ ਜਿਹੜੀ ਸੜਕ ਤੇ ਪਈ ਹੁੰਦੀ ਹੈ, ਉਹਨਾਂ ਦੇ ਟਰਾਈਸਾਈਕਲ ਆਪਣੇ ਪਹੀਆਂ ਨਾਲ ਘਰ ਲੈ ਜਾਂਦੇ ਨੇ। ਹੁੰਦਾ ਕੀ ਹੈ, ਦੇਖੋ ਯਾਰ ਅਸੀਂ ਕਿੰਨੇ ਸਫਾਈ ਪਸੰਦ ਲੋਕ ਹੈ, ਗੰਦ ਪਸੰਦ ਨਹੀਂ ਕਰਦੇ। ਉਹ ਸਾਰਾ ਆਲਾਇਸ਼ਾਂ ਦਾ ਗੰਦ, ਕੁਰਬਾਨੀ ਦੇ ਜਾਨਵਰਾਂ ਦਾ ਗੰਦ ਹੌਲੀ ਹੌਲੀ ਟਾਇਰਾਂ ਦੇ ਜ਼ਰੀਏ ਸਾਡੇ ਘਰਾਂ ਵਿੱਚ ਪਹੁੰਚ ਜਾਂਦਾ ਹੈ। ਤੇ ਮੈਨੂੰ ਸ਼ੱਕ ਜਿਹਾ ਪੈਂਦਾ ਕਿ ਮੈਂ ਜਦੋਂ ਬੇਹੋਸ਼ ਹੋਇਆ ਉਸੇ ਖਾਲੀ ਪਲਾਟ ਦੇ ਕੋਲ ਬੇਹੋਸ਼ ਹੋਇਆ, ਦਿਹਾੜੀ ਵਿੱਚ 20 ਵਾਰੀ ਬੇਹੋਸ਼ ਹੋਇਆ। ਸਿਰਫ ਇੰਨਾ ਕੈਲਕੂਲੇਟ ਕਰਕੇ ਦੱਸੋ ਕਿ ਮੈਂ ਮਜ਼ੀਦ ਕਿੰਨੀ ਵਾਰੀ ਬੇਹੋਸ਼ ਹੋਵਾਂਗਾ ਤੇ ਸਿੱਧਾ ਉੱਤੇ। ਛੋਟਾ ਜਿਹਾ ਸਵਾਲ ਹੈ, ਜੇ ਤੁਹਾਨੂੰ ਅਲਜਬਰਾ, ਜਿਓਮੈਟਰੀ, ਹਿਸਾਬ ਕਿਤਾਬ ਨਹੀਂ ਆਉਂਦਾ, ਮੇਰੇ ਰੰਗੇ ਹੋ, ਤੇ ਫਿਰ ਦਫਾ ਕਰੋ, ਇੱਕੋ ਕੰਮ ਕਰੋ। ਇਹਨਾਂ ਖਾਲੀ ਪਲਾਟਾਂ ਦੇ ਵਿੱਚ ਕੁਰਬਾਨੀ ਤੋਂ ਬਾਅਦ ਜਾਨਵਰਾਂ ਦੀਆਂ ਆਲਾਇਸ਼ਾਂ ਸੁੱਟਣੀਆਂ ਬੰਦ ਕਰ ਦਿਓ, ਨਹੀਂ ਤੇ ਦਿਲ ਕਰਦਾ ਹੈ ਕਿਸੇ ਵੇਲੇ ਕਿਸੇ ਨੇ ਤੁਹਾਨੂੰ ਧੌਣੋਂ ਫੜਨਾ ਹੈ ਤੇ ਉਹਨਾਂ ਆਲਾਇਸ਼ਾਂ ਦੇ ਵਿੱਚ ਗੱਡ ਦੇਣਾ ਹੈ, ਜਿਹੜੀਆਂ ਕਿ ਕਿਸੇ ਉਜੜੇ ਖੇਤ ਵਿੱਚ ਵਡਾਵੇ ਤਰ੍ਹਾਂ ਇੱਕ ਟਾਂਗਾ ਖੜਾ ਹੁੰਦਾ ਹੈ। ਤੁਸੀਂ ਵੀ ਉਹਨਾਂ ਆਲਾਇਸ਼ਾਂ ਵਿੱਚ ਵਡਾਵਾ ਬਣ ਕੇ ਤੁਹਾਨੂੰ ਜੀਣਾ ਪਏਗਾ, ਨਹੀਂ ਤੇ ਆਪਣੇ ਆਪ ਨੂੰ ਬਦਲੋ, ਜਾਂ ਫਿਰ ਕੋਈ ਐਸਾ ਨੁਸਖਾ ਦੱਸੋ ਕਿ ਮੈਨੂੰ ਦਿਹਾੜੀ ਵਿੱਚ 20 ਵਾਰੀ ਬੇਹੋਸ਼ ਹੋਣ ਦੀ ਪ੍ਰੈਕਟਿਸ ਨਾ ਕਰਨੀ ਪਵੇ। ਯਾਰ ਐਵੇਂ ਤੇ ਮੈਂ ਬੜੀ ਛੇਤੀ ਖਰਚ ਹੋ ਜਾਵਾਂਗਾ। ਸਿਰਫ ਇੰਨਾ ਦੱਸੋ, ਬਾਕੀ ਦਿਨ ਕਿੰਨੇ ਬਾਕੀ ਰਹਿ ਗਏ ਨੇ, ਕਿੰਨੀ ਵਾਰੀ ਹੋਰ ਬੇਹੋਸ਼ ਹੋਣਾ ਪਏਗਾ ਤੇ ਸਿੱਧਾ ਉੱਤੇ। ਗੱਲ ਨਿੱਕੀ ਜਿਹੀ। ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ, ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ। ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ, ਗੱਲ ਨਿੱਕੀ ਜਿਹੀ।